ਜਿਹੜੀਆਂ ਡਿਸੀਜਨਸ ਹੋ ਰਹੇ ਆ ਸਿਟੀ ਕਾਉਂਸਲ ਵਿੱਚ ਉਹ ਬਿਹਾਈਂਡ ਦਾ ਡੋਰ ਹੋ ਰਹੇ ਆ ਤੇ ਕੁਛ ਚੰਦ ਲੋਕ ਆ ਜਿਹੜਾ ਕਿ ਫਾਇਦਾ ਉਹਦਾ ਲੈ ਰਹੇ ਆ। ਕਿੱਥੇ ਪਾਰਦਰਸ਼ਤਾ ਜਿੱਥੇ ਨਹੀਂ ਦਿਸਦੀ, ਥੋੜਾ ਜਿਹਾ ਉਸ ਚੀਜ਼ ਦੀ ਤੁਸੀਂ ਕਲੀਅਰਲੀ ਦੱਸ ਸਕਦੇ ਹੋ? 45 ਤੋਂ 50 ਐਪਲੀਕੇਸ਼ਨਸ ਡਿਵੈਲਪਮੈਂਟ ਦੀਆਂ ਇਸ ਕਾਉਂਸਲ ਨੇ ਡਗ ਮੈਕੈਲਮ ਨੇ ਮੇਅਰ ਡਗ ਮੈਕੈਲਮ ਨੇ ਤੇ ਇਹਦੇ ਨਾਲ ਦੇ ਕਾਉਂਸਲਰ ਨੇ ਇਹ ਪਾਸ ਕੀਤਾ ਆ ਵਿੱਚ ਇਲੈਕਸ਼ਨ ਤੇ ਸਪੈਸ਼ਲ ਮੀਟਿੰਗ ਸੱਦ ਕੇ ਪ੍ਰੋਵਿੰਸ ਤੇ ਫੈਡਰਲ ਵਾਲੇ ਬੰਦੇ ਨਾਲ ਲੋਕਲ ਏਜੰਸੀਆਂ ਦੇ ਨਾਲ ਕੰਮ ਕਰਨਗੇ ਤੇ ਜਿਹੜੇ ਲੋਕਲ ਏਜੰਸੀਆਂ ਨੂੰ ਪੈਸੇ ਦਿੱਤੇ ਜਾਊਗੇ ਉਹਨਾਂ ਤੋਂ ਰਿਪੋਰਟ ਵੀ ਮੰਗੀ ਜਾਊਗੀ ਵੀ ਭਾਈ ਕੀ ਤੁਸੀਂ ਕੀਤਾ, ਕੀ ਸਕਸੈਸਫੁਲ। ਫਿਰ ਦੂਏ ਦਿਨ ਪ੍ਰੈਸ ਰਿਲੀਜ਼ ਕੀਤੀ ਜੀ ਅਸੀਂ 2 ਵੀਕਾਂ 'ਚ ਕਰ ਦਿੰਦੇ ਆ। ਇਹ 4 ਸਾਲ ਕਿੱਥੇ ਬੈਠੇ ਰਹੇ ਆ? ਇੰਡੋ ਕੈਨੇਡਾ ਪੰਜਾਬੀ ਟੀਵੀ ਚੈਨਲ ਦੇਖਣ ਵਾਲੇ ਦਰਸ਼ਕਾਂ ਦਾ ਸਵਾਗਤ ਹੈ ਜੀ। ਮੈਂ ਨਵਦੀਪ ਗਿੱਲ ਹਾਜ਼ਰ ਹਾਂ ਇੱਕ ਨਵੇਂ ਮਹਿਮਾਨ ਦੇ ਨਾਲ। ਮੇਰੇ ਨਾਲ ਨੇ ਸਾਬਕਾ ਮੈਂਬਰ ਪਾਰਲੀਮੈਂਟ ਜਸਵੀਰ ਸੰਧੂ ਜੀ। ਜਿਵੇਂ ਤੁਹਾਨੂੰ ਪਤਾ ਹੈ ਕਿ ਕੈਨੇਡਾ ਦੇ BC ਸੂਬੇ ਦੇ ਵਿੱਚ ਜਿਹੜੀ ਸਿਟੀ ਕਾਉਂਸਲ ਦੀ ਇਲੈਕਸ਼ਨ ਹੈ ਆਉਣ ਵਾਲੀ 15 ਅਕਤੂਬਰ ਨੂੰ ਹੋਣੀ ਹੈ, ਪਰ ਜਿਹੜੀ ਐਡਵਾਂਸ VOTING ਹੈ ਉਹ ਸ਼ੁਰੂ ਹੋ ਚੁੱਕੀ ਹੈ। ਸਾਡਾ ਪੰਜਾਬੀ ਭਾਈਚਾਰਾ ਵੀ ਕਾਫੀ ਉਤਸ਼ਾਹਿਤ ਹੈ ਇਸ ਵਾਰ ਇਸ ਇਲੈਕਸ਼ਨ ਨੂੰ ਲੈ ਕੇ, ਕਿਉਂਕਿ ਇੱਕ ਤਾਂ ਮੌਜੂਦਾ ਸਾਡੇ ਮੈਂਬਰ ਪਾਰਲੀਮੈਂਟ ਸੁਖ ਧਾਲੀਵਾਲ ਹੋਣੀ ਉਹ ਖੁਦ ਮੇਅਰ ਦੀ ਇਲੈਕਸ਼ਨ ਲੜ ਰਹੇ ਨੇ। ਉਹਨਾਂ ਦੀ ਸਲੇਟ ਤੋਂ ਹੀ ਸਾਬਕਾ ਮੈਂਬਰ ਪਾਰਲੀਮੈਂਟ ਜਸਵੀਰ ਸੰਧੂ ਹੋਣੀ ਚੋਣ ਲੜਦੇ ਆ, ਉਹਨਾਂ ਨਾਲ ਗੱਲਬਾਤ ਕਰਦੇ ਆ। ਸਵਾਗਤ ਹੈ ਜੀ ਸੰਧੂ ਸਾਹਿਬ ਤੁਹਾਡਾ। ਗਿੱਲ ਸਾਹਿਬ ਸਤਿ ਸ੍ਰੀ ਅਕਾਲ ਤੇ ਸਾਰੇ ਦੇਖਣ ਵਾਲਿਆਂ ਨੂੰ ਸਤਿ ਸ੍ਰੀ ਅਕਾਲ। ਤੁਸੀਂ ਮੈਂਬਰ ਪਾਰਲੀਮੈਂਟ ਰਹਿ ਚੁੱਕੇ ਹੋਗੇ, ਫਿਰ ਕਿਵੇਂ ਡਿਸਾਈਡ ਕੀਤਾ ਕਿ ਹੁਣ ਜਿਹੜੀ ਸਿਟੀ ਦੀ ਜਿਹੜੀ ਸਿਆਸਤ ਹੈ ਇਹਦੇ ਵਿੱਚ ਵੀ ਆਇਆ ਜਾਵੇ? ਹਾਂਜੀ, ਪਹਿਲੀ ਗੱਲ ਤਾਂ ਗਿੱਲ ਸਾਹਿਬ ਮੈਂ ਇੱਥੇ ਸਰੀ ਵਿੱਚ ਮੈਨੂੰ ਕੋਈ 42 ਸਾਲ ਰਹਿੰਦਿਆਂ ਨੂੰ ਹੋ ਗਿਆ ਜੀ, ਤੇ 42 ਸਾਲਾਂ 'ਚ ਬਹੁਤ ਚੇਂਜਸ ਆ ਕੇ ਦੇਖੀਆਂ ਖਾਸ ਕਰਕੇ ਆਪਣੀ ਕਮਿਊਨਿਟੀ ਨੇ ਪਹਿਲਾਂ ਛੋਟੀ ਜਿਹੀ ਕਮਿਊਨਿਟੀ ਹੁੰਦੀ ਸੀ ਤੇ ਹੁਣ ਤਾਂ ਬਹੁਤ ਵੱਡੀ ਕਮਿਊਨਿਟੀ ਹੋਈ ਹੈ ਤੇ ਬਹੁਤ ਲਾਰਜ ਕਮਿਊਨਿਟੀ ਤੇ ਆਪਣੀ ਕਮਿਊਨਿਟੀ ਨੇ ਬੜਾ ਮੱਲਾ ਵੀ ਮਾਰੀਆਂ ਜਿਹੜੀਆਂ ਜਿੱਦਾਂ ਕਿ ਸਕਸੈਸਫੁਲ ਬਿਜ਼ਨਸ ਪੀਪਲ ਆ ਇੱਥੇ ਘਰ ਗੱਡੀਆਂ ਸੋਹਣਾ ਖਾਂਦੇ ਪੀਂਦੇ ਆ ਤੇ ਬਹੁਤ ਮਿਹਨਤ ਕਰਕੇ ਆਪਣੀ ਕਮਿਊਨਿਟੀ ਨੇ ਇਹ ਕੀਤਾ। ਤੇ ਪਿਛਲੇ 42 ਸਾਲਾਂ 'ਚੋਂ ਜੋ ਮੈਂ ਪਿਛਲੇ 4 ਸਾਲਾਂ ਤੋਂ ਦੇਖਦਾ ਆ ਰਿਹਾ ਖਾਸ ਕਰਕੇ ਜੋ ਸਿਟੀ ਕਾਉਂਸਲ ਵਿੱਚ ਹੋ ਰਿਹਾ ਉਹ ਕੋਈ ਚੰਗੀ ਗੱਲ ਨਹੀਂ ਹੋ ਰਹੀ। ਖਾਸ ਕਰਕੇ ਉੱਥੇ ਜਿਹੜੀਆਂ ਡਿਸੀਜਨਸ ਹੋ ਰਹੇ ਆ ਸਿਟੀ ਕਾਉਂਸਲ ਵਿੱਚ ਉਹ ਬਿਹਾਈਂਡ ਦਾ ਡੋਰ ਹੋ ਰਹੇ ਆ ਤੇ ਕੁਛ ਚੰਦ ਲੋਕ ਆ ਜਿਹੜਾ ਕਿ ਫਾਇਦਾ ਉਹਦਾ ਲੈ ਰਹੇ ਆ। ਸਿਟੀ ਦੀ ਕਾਉਂਸਲ ਨੂੰ ਜਦੋਂ ਤੁਸੀਂ ਇਲੈਕਟ ਹੁੰਦੇ ਆ ਕਿਸੇ ਵੀ ਆਫਿਸ 'ਚ ਤੁਸੀਂ ਇਲੈਕਟ ਹੁੰਦੇ ਆ ਜਦੋਂ ਲੋਕਾਂ ਨੇ ਮੈਨੂੰ ਮੈਂਬਰ ਆਫ ਪਾਰਲੀਮੈਂਟ ਚੁਣਿਆ ਇਹ ਤੁਹਾਨੂੰ ਪ੍ਰਿਵਿਲੇਜ ਆ ਤੁਹਾਨੂੰ ਦਿੰਦੇ ਤੇ ਰਿਸਪੌਂਸਿਬਿਲਿਟੀ ਵੀ ਨਾਲ ਦਿੰਦੇ ਆ। ਰਿਸਪੌਂਸਿਬਿਲਿਟੀ ਇਹ ਹੁੰਦੀ ਆ ਵੀ ਤੁਸੀਂ ਜਿਹੜਾ ਕੰਮ ਕਰਨਾ ਉਹ ਲੋਕਾਂ ਦੇ ਸਾਹਮਣੇ ਕਰੋ ਤੇ ਜਿਹੜਾ ਕੰਮ ਵੀ ਉਹ ਕਰੋ ਜਿਹੜਾ ਕਿ ਫੇਅਰ ਮੈਰਿਟ ਬੇਸਡ ਹੋਵੇ, ਨਾ ਕਿ ਵੀ ਸਿਟੀ ਹਾਲ 'ਚ ਪਰਮਿਟ ਐਪਲੀਕੇਸ਼ਨਸ ਜਿਹੜੀਆਂ ਜਾਂ ਡਿਵੈਲਪਮੈਂਟ ਐਪਲੀਕੇਸ਼ਨਸ ਆ ਉਹ ਕੁਛ ਚੰਦ ਲੋਕਾਂ ਲਈ ਜੁੰਡਲੀ ਲਈ ਜਿਹੜੀ ਉਹਨਾਂ ਲਈ ਕੰਮ ਕਰੋ। ਸੋ ਮੈਂ ਸਮਝਦਾ ਜੋ ਪਿੱਛੇ ਤੁਹਾਡੇ ਇਸੇ ਜਿਹੜੇ ਵਿਸ਼ੇ 'ਚ ਮੈਂ ਇੱਕ ਐਡ ਕਰਨ ਲੱਗਿਆ ਗੱਲ ਕਿ ਕਿੱਥੇ ਪਾਰਦਰਸ਼ਤਾ ਜਿੱਥੇ ਨਹੀਂ ਦਿਸਦੀ, ਥੋੜਾ ਜਿਹਾ ਉਸ ਚੀਜ਼ ਦੀ ਤੁਸੀਂ ਕਲੀਅਰਲੀ ਦੱਸ ਸਕਦੇ ਹੋ? ਐਬਸੋਲੂਟਲੀ। ਜੇ ਤੁਸੀਂ ਹੁਣ ਦੇਖੋ ਆਪਣੀ ਇਲੈਕਸ਼ਨ ਚੱਲ ਰਹੀ ਆ, ਪਿਛਲੇ ਮੰਡੇ ਅਨਪ੍ਰੈਸੀਡੈਂਟਡ ਹੈ, ਇਹਦਾ ਕਦੀ ਪਹਿਲਾਂ ਨਹੀਂ ਹੋਇਆ। ਇਲੈਕਸ਼ਨ ਦੇ ਵਿੱਚ 45 ਤੋਂ 50 ਐਪਲੀਕੇਸ਼ਨਸ ਡਿਵੈਲਪਮੈਂਟ ਦੀਆਂ ਇਸ ਕਾਉਂਸਲ ਨੇ ਡਗ ਮੈਕੈਲਮ ਨੇ ਮੇਅਰ ਡਗ ਮੈਕੈਲਮ ਨੇ ਤੇ ਇਹਦੇ ਨਾਲ ਦੇ ਕਾਉਂਸਲਰ ਨੇ ਇਹ ਪਾਸ ਕੀਤਾ ਆ ਵਿੱਚ ਇਲੈਕਸ਼ਨ ਤੇ ਸਪੈਸ਼ਲ ਮੀਟਿੰਗ ਸੱਦ ਕੇ। ਤੇ ਫਿਰ ਟ੍ਰਾਂਸਪੇਰੈਂਸੀ ਕਿੱਦਾਂ ਯੂਜੂਅਲੀ 12 ਐਪਲੀਕੇਸ਼ਨ ਅਪਰੂਵ ਹੁੰਦੀਆਂ, ਲੇਕਿਨ ਇਹਨਾਂ ਨੇ ਪੂਰੀਆਂ ਦੇ ਪੂਰੀਆਂ ਆਪਣੀਆਂ 45 ਤੋਂ 50 ਐਪਲੀਕੇਸ਼ਨਸ ਅਪਰੂਵ ਕੀਤੀਆਂ। ਸੋ ਵਿੱਚ ਇਲੈਕਸ਼ਨ ਦੇ ਇਹ ਕਾਹਲੀ ਕਾਹਦੀ ਸੀ, ਇਹ ਕਾਹਲੀ ਕਾਹਦੀ ਸੀ। ਸੋ ਉਹਦੇ ਵਿੱਚ ਇਹ ਵੀ ਸੀ ਜਿਹੜਾ ਕਿ ਇੱਕ ਕਾਉਂਸਲ ਦੀ ਇਲੈਕਸ਼ਨ ਲੜ ਰਿਹਾ ਇੱਕ ਇੰਡੀਵਿਜੂਅਲ, ਉਹਦਾ ਫਾਦਰ ਇਨ ਲਾ ਦੀ ਜਿਹੜੀ ਅਪਰੂਵਲ ਹੋਇਆ। ਸੋ there's some transparency needs to be there.
ਜੇ ਆਪਾਂ ਦੂਜੀ ਅੱਜ ਕੇ ਸਭ ਤੋਂ ਮੇਨ ਮੁੱਦਾ ਕਿ ਸਰੀ ਦੇ ਵਿੱਚ ਜਿਹੜੀ ਗੈਂਗਵਾਰ ਹੈ ਪਿਛਲੇ ਕਾਫੀ ਸਾਲਾਂ ਤੋਂ ਚੱਲਦੀ ਆ ਰਹੀ ਹੈ, ਇਹਦੇ ਜੇ ਪਰ ਕਿੱਥੇ ਘਾਟ ਰਹੇਗੀ ਜਾਂ ਪ੍ਰੋਵਿੰਸ਼ੀਅਲ ਗਵਰਨਮੈਂਟ ਤੋਂ ਰਹੇਗੀ ਜਾਂ ਜਿਹੜੀ ਸਾਡੀ ਸਿਟੀ ਹੈਗੀ ਇੱਥੋਂ ਕੋਈ ਜਾਂ ਸਾਡੇ ਮਾਪੇ ਆ ਜਿਹੜੇ ਪੇਰੈਂਟਸ ਨੇ ਉਹਨਾਂ ਤੋਂ ਚੰਗੀ ਜਿਹੜੀ ਆਪਾਂ ਕਹਿ ਦਈਏ ਕਿ ਧਿਆਨ ਕੇਂਦਰਿਤ ਆਪਣੇ ਬੱਚਿਆਂ ਵੱਲ ਨਹੀਂ ਹੋ ਰਿਹਾ ਜਾਂ ਸਕੂਲਿੰਗ ਸਿਸਟਮ ਦੇ ਵਿੱਚ ਕੁਝ ਗੜਬੜ ਹੈ, ਕਿੱਥੇ ਜ਼ਿੰਮੇਵਾਰੀ ਸਰ? ਹਾਂਜੀ, ਇਹ ਜਦੋਂ ਆਪਾਂ ਪਬਲਿਕ ਸੇਫਟੀ ਨੂੰ ਦੇਖਦੇ ਹਾਂ, ਓਵਰਆਲ ਪਬਲਿਕ ਸੇਫਟੀ, ਗੈਂਗ ਵਾਰਸ ਵੀ ਵਿੱਚ ਆ ਜਾਂਦੇ ਆ, ਕਿਉਂਕਿ ਗੈਂਗ ਵਾਰਸ ਜਿਹੜੇ ਬੱਚੇ ਆਪਣੇ ਜਾਂਦੇ ਆ ਬੜਾ ਕੰਪਲੈਕਸ ਇਸ਼ੂ ਆ, ਮੈਂ ਐਡਰੈਸ ਕਰਦਾ, ਪਰ ਮੈਂ ਪਬਲਿਕ ਸੇਫਟੀ ਦੀ ਗੱਲ ਕਰਦਾ ਜੀ। ਸੋ ਪਿਛਲੇ 4 ਸਾਲਾਂ ਵਿੱਚ ਇਹ ਕਾਉਂਸਲ ਜਿਹੜੀ ਤੇ ਮੇਅਰ ਡਗ ਮੈਕੈਲਮ ਇਹ ਇੱਕੋ ਹੀ ਗੱਲ ਕਰ ਰਿਹਾ ਆ ਬਈ ਅਸੀਂ ਲੋਕਲ ਪੁਲਿਸ ਲਿਆਉਣੀ ਆ, ਅਸੀਂ RCMP ਲਿਆਉਣੀ ਆ, ਜਾਂ ਕਲਰ ਆਫ ਦਾ ਯੂਨੀਫਾਰਮ ਬਲੂ ਚਾਹੀਦਾ ਜਾਂ ਬਲੈਕ ਚਾਹੀਦਾ, ਲੇਕਿਨ ਇਹਨਾਂ ਨੇ ਪਬਲਿਕ ਸੇਫਟੀ ਦੀ ਗੱਲ ਪਿਛਲੇ 4 ਸਾਲਾਂ ਦੀ ਇਹ ਨਹੀਂ ਕੀਤੀ ਵੀ ਹਾਂ ਵੀ ਸਾਡੇ ਨਿਆਣੇ ਇੱਥੇ ਮਰ ਰਹੇ ਆ ਜਾਂ ਇੱਥੇ ਗੋਲੀਆਂ ਚੱਲ ਰਹੀਆਂ, ਨਿਆਣੇ ਆਪਣੇ ਬੱਚਿਆਂ ਨੂੰ ਬਾਹਰ ਖੇਲਣ ਨਹੀਂ ਦਿੰਦੀਆਂ ਕਿਉਂਕਿ ਬਹੁਤ ਵਾਰੀ ਗੋਲੀਆਂ ਚੱਲੀਆਂ। ਸੋ ਪਬਲਿਕ ਸੇਫਟੀ ਬਾਰੇ ਤਾਂ ਇਹਨਾਂ ਨੇ ਜੜੋਂ ਹੀ ਨਹੀਂ ਗੱਲ ਕੀਤੀ, ਲੇਕਿਨ ਹਾਂ ਇਹ ਜ਼ਰੂਰ ਇੱਕ ਦੂਏ ਦੇ ਨਾਲ ਲੜੇ ਆਵੇ, ਹਾਂ ਬਈ ਯੂ ਪਿਟ ਵਨ ਕਮਿਊਨਿਟੀ ਅਗੇਂਸਟ ਦੀ ਅਦਰ। ਤੇ ਮੈਂ ਸਮਝਦਾ ਵੀ ਜੇ ਪਬਲਿਕ ਸੇਫਟੀ ਦਾ ਜਿਹੜਾ ਇਸ਼ੂ ਆ ਇਟਸ ਅ ਵੈਰੀ ਸੀਰੀਅਸ ਇਸ਼ੂ। ਹੁਣ ਇਹ ਤਾਂ ਹੈ ਨਹੀਂ ਵੀ ਇੱਕ ਮੇਅਰ ਆਉਂਦਾ ਆ ਤੇ ਉਹ ਕਹਿੰਦਾ ਜੀ ਮੈਂ ਲੋਕਲ ਪੁਲਿਸ ਲਿਆਉਣੀ ਆ, ਹੁਣ ਦੂਜਾ ਮੇਅਰ ਜਿਹੜੀ ਦੂਜੀ ਕਾਉਂਸਲ ਪਰਸਨ ਸਲੇਟ ਬ੍ਰਿੰਡਾ ਲਾਕ ਉਹ ਕਹਿੰਦੀ ਜੀ ਮੈਂ ਮੁੜ ਕੇ ਫਿਰ RCMP ਲੈ ਕੇ ਜਾਣਾ। ਮੈਂ ਜਸਟਿਸ ਇੰਸਟੀਟਿਊਟ ਵਿੱਚ 14 ਸਾਲ ਕੰਮ ਕੀਤਾ, ਮੇਰਾ ਬੌਸ ਸੀਗਾ RCMP ਚੋਂ ਰਿਟਾਇਰ ਹੋਇਆ ਸੀਗਾ ਤੇ 4-5 ਹੋਰ ਪੁਲਿਸ ਆਫੀਸਰ ਸੀ, ਉਹ ਅੱਧੇ RCMP ਚੋਂ ਸੀ ਅੱਧੇ ਲੋਕਲ ਪੁਲਿਸ ਚੋਂ, ਉਹ ਮੇਰੇ ਨੂੰ ਰਿਪੋਰਟ ਕਰਦੇ ਹੁੰਦੇ ਸੀਗੇ। ਮੈਂ ਕੰਮ ਕਰਕੇ ਲੋਕਲ ਪੁਲਿਸ ਨਾਲ ਵੀ ਦੇਖਿਆ, RCMP ਨਾਲ ਵੀ ਦੇਖਿਆ, 99% ਬੰਦੇ ਦਾ ਤੁਹਾਨੂੰ ਪਤਾ ਵੀ ਵਧੀਆ ਕੰਮ ਕਰਦੇ ਆ, ਤੁਸੀਂ ਵੈਨਕੂਵਰ ਪੁਲਿਸ ਦੇ ਲੋ, ਡੈਲਟਾ ਪੁਲਿਸ ਦੇ ਲੋ, ਵਧੀਆ ਕੰਮ ਕਰਦੇ ਆ, ਤੇ RCMP ਤਾਂ ਵੈਲ ਨੋਨ ਅਕ੍ਰੋਸ ਦ ਵਰਲਡ ਵੀ ਉਹ ਕਿੱਦਾਂ ਦਾ ਕੰਮ ਕਰਦੀ ਆ। ਸੋ ਇਹ ਪੁਲਿਸਿੰਗ ਦਾ ਇਸ਼ੂ ਨਹੀਂ, ਇਹ ਇਸ਼ੂ ਹੈਗਾ ਆ ਵੀ ਲੀਡਰਸ਼ਿਪ ਆ ਜਿਹੜੀ ਆਪਣੀ ਸਿਟੀ ਹਾਲ ਆ, ਦੇ ਆਰ ਨਾਟ ਇੰਟਰਸਟਿਡ ਇਨ ਪਬਲਿਕ ਸੇਫਟੀ। ਸੋ ਹੁਣ ਤੁਸੀਂ ਗੈਂਗਸ ਦੀ ਆਪਾਂ ਗੱਲ ਕਰਦੇ ਆ ਕਿ ਨਹੀਂ, ਗੈਂਗਸ ਦੇ ਪੈਸੇ ਮਿਲਦੇ ਆ ਪ੍ਰੋਵਿੰਸ ਚੋਂ ਵੀ ਦਿੰਦੇ ਆ ਗੈਂਗ ਪ੍ਰੀਵੈਂਸ਼ਨ ਪ੍ਰੋਗਰਾਮਸ ਲਈ ਤੇ ਫੈਡਰਲ ਗਵਰਨਮੈਂਟ ਵੀ ਦਿੰਦੀ ਆ, ਲੇਕਿਨ ਉਹ ਪੈਸੇ ਕਿੱਥੇ ਖਰਚਦੇ ਆ ਜਾਂ ਉਹਦੀ ਅਕਾਊਂਟੇਬਿਲਿਟੀ ਉਹ ਹੈ ਨਹੀਂ। ਸਿਟੀ ਹਾਲ ਦੇ ਤਾਂ ਜ਼ਰੂਰ ਦਿੰਦਾ ਏਜੰਸੀਜ਼ ਨੂੰ, ਪਰ ਉਹ ਏਜੰਸੀਜ਼ ਦੇ ਕੋਈ ਐਕਸਪਰਟੀ ਹੈਗੀ ਆ ਜਾਂ ਨਹੀਂ ਹੈਗੀ ਇਹ ਪਤਾ ਨਹੀਂ। ਸੋ ਅਸੀਂ ਯੂਥ ਹੱਬ ਲੈ ਕੇ ਆਵਾਂਗੇ, ਉਹ ਪ੍ਰੋਵਿੰਸ ਤੇ ਫੈਡਰਲ ਵਾਲੇ ਬੰਦੇ ਨਾਲ ਲੋਕਲ ਏਜੰਸੀਆਂ ਦੇ ਨਾਲ ਕੰਮ ਕਰਨਗੇ ਤੇ ਜਿਹੜੇ ਲੋਕਲ ਏਜੰਸੀਆਂ ਨੂੰ ਪੈਸੇ ਦਿੱਤੇ ਜਾਊਗੇ ਉਹਨਾਂ ਤੋਂ ਰਿਪੋਰਟ ਵੀ ਮੰਗੀ ਜਾਊਗੀ ਵੀ ਭਾਈ ਕੀ ਤੁਸੀਂ ਕੀਤਾ, ਕੀ ਸਕਸੈਸਫੁਲ ਕੀਤਾ। ਬਾਕੀ ਤੁਸੀਂ ਗੱਲ ਕੀਤੀ ਆ ਬਈ ਆਪਣੇ ਸਾਰਿਆਂ ਦੀ ਰਿਸਪੌਂਸਿਬਿਲਿਟੀ ਬਣਦੀ ਆ, ਆਪਣੀ ਕਮਿਊਨਿਟੀ ਦੀ ਰਿਸਪੌਂਸਿਬਿਲਿਟੀ ਬਣਦੀ ਆ, ਐਜ਼ ਅ ਪੇਰੈਂਟ ਮੇਰੀ ਰਿਸਪੌਂਸਿਬਿਲਿਟੀ ਬਣਦੀ ਆ ਵੀ ਹਾਂ ਵੀ ਆਪਣਾ ਮੇਰਾ ਬੱਚਾ ਕਿੱਥੇ ਗਿਆ ਰਾਤ ਨੂੰ ਸ਼ਾਮ ਨੂੰ, ਕਿਉਂਕਿ ਇਹ ਇੰਡੀਵਿਜੂਅਲ ਕਮਿਊਨਿਟੀ ਰਿਸਪੌਂਸਿਬਿਲਿਟੀ ਤੇ ਬਾਕੀ ਜਿਹੜੀਆਂ ਏਜੰਸੀਜ਼ ਆ ਸਿਟੀਜ਼ ਇਕੱਠੇ ਹੋ ਕੇ ਆਪਾਂ ਇਸ ਗੈਂਗ ਵਾਰਸ ਨੂੰ ਜਾਂ ਗੈਂਗਾਂ ਦੀ ਨੂੰ ਨੱਥ ਪਾ ਸਕਦੇ ਹਾਂ। ਜਿਹੜਾ ਇੱਕ ਦੂਜਾ ਹੋਰ ਜਿਹੜਾ ਆਪਣੇ ਭਾਈਚਾਰੇ ਨੂੰ, ਪੰਜਾਬੀ ਨੂੰ ਭਾਈਚਾਰੇ ਨੂੰ ਖਾਸ ਕਰਕੇ ਜਿਹੜਾ ਨਵਾਂ ਇੱਥੇ ਬੰਦਾ ਸਰੀ ਦੇ ਵਿੱਚ ਆਉਂਦਾ, ਹੁਣ ਤੁਹਾਨੂੰ ਪਤਾ ਤੁਸੀਂ ਮੈਂਬਰ ਪਾਰਲੀਮੈਂਟ ਰਹੇ ਹੋ, ਕਿੰਨੇ ਹਜ਼ਾਰਾਂ ਲੋਕ ਆ ਕੇ ਸਰੀ ਦੇ ਵਿੱਚ ਰਹਿਣਾ ਉਹ ਮੰਗਦੇ ਨੇ, ਪਰ ਗੱਲ ਆ ਜਾਂਦੀ ਹੈ ਕਿ ਰਹਿਣਾ ਕਿੱਥੇ ਹੈ। ਘਰ ਬੰਦੇ ਦਾ, ਹਰ ਇੱਕ ਬੰਦੇ ਦਾ ਸੁਪਨਾ ਹੁੰਦਾ ਕਿ ਮੈਂ ਜਿੱਥੇ ਰਹਿਣਾ ਮੇਰਾ ਘਰ ਹੋਵੇ, ਪਰ ਘਰ ਤਾਂ ਹੁਣ ਸੁਪਨਾ ਹੋ ਗਿਆ, ਉਹ ਤਾਂ ਵੀ ਲੈ ਹੀ ਨਹੀਂ ਸਕਣਾ, ਇੰਨੀ ਮਹਿੰਗਾਈ ਹੋ ਗਈ ਹੈ। ਤੇ ਦੂਸਰੇ ਪਾਸੇ ਜਿਹੜੀ ਹੈਗੀ ਗੈਰ ਕਾਨੂੰਨੀ ਉਸਾਰੀ ਵੀ ਚੱਲੀ ਜਾ ਰਹੀ ਹੈ, ਇਹਦੇ ਉੱਪਰ ਕੁਝ ਕੰਮ ਕਰੋਗੇ? ਹਾਂਜੀ, ਤੁਸੀਂ ਬਿਲਕੁਲ ਦੱਸਿਆ, ਮਹਿੰਗਾਈ ਅੱਜ ਕੱਲ੍ਹ ਬਹੁਤ ਆ, ਇਨਫਲੇਸ਼ਨ, ਤੇ ਮੈਂ ਸਮਾਂ ਮੇਰਾ ਗੱਡੀ ਵਿੱਚ ਗੈਸ ਹੈ ਨਹੀਂ ਤੇ ਮੈਨੂੰ ਡਰ ਲੱਗਦਾ ਵੀ ਮੈਂ ਗੈਸ ਸਟੇਸ਼ਨ ਤੇ ਕਿੱਦਾਂ ਜਾਵਾਂ। ਸੋ ਮਹਿੰਗਾਈ ਬਹੁਤ ਹੋਈ ਆ, ਗੈਸ ਆ, ਗਰੋਸਰੀ ਵੀ ਆ, ਬਹੁਤ ਮਹਿੰਗਾਈ ਹੋਈ ਆ। ਸੋ ਇੱਦਾਂ ਤੁਸੀਂ ਬਿਲਕੁਲ ਠੀਕ ਹੈ, ਇੱਥੇ ਐਟਲੀਸਟ ਯਾਨੀ ਕਿ 1500 ਨਵੇਂ ਬੰਦੇ ਆ ਰਹੇ ਆ ਸਰੀ ਵਿੱਚ ਹਰੇਕ ਮਹੀਨੇ, ਤੇ ਸਰੀ in 10 years 10-15 years will be the largest city in British Columbia, ਤੇ ਪਾਪੂਲੇਸ਼ਨ ਇੰਨੀ ਹੋ ਜਾਣੀ ਹੈ। ਸੋ ਉਹਨੂੰ ਅਕੋਮੋਡੇਟ ਕਰਨ ਲਈ ਫਿਰ ਆਪਾਂ ਨੂੰ ਸਪਲਾਈ ਵਧਾਉਣੀ ਪੈਣੀ ਆ। ਸੋ ਬੇਸਿਕਲੀ
ਜੋ ਅੱਜ ਕੱਲ੍ਹ ਸਿਟੀ ਹਾਲ 'ਚ ਹੋ ਰਿਹਾ, ਜੇ ਤੁਸੀਂ ਕੋਈ ਪਰਮਿਟ ਲੈਣਾ, ਬਿਲਡਿੰਗ ਪਰਮਿਟ ਲੈਣਾ, ਉਹ ਸਾਲ ਪਹਿਲਾਂ ਤਾਂ ਰਿਵਿਊ ਹੀ ਨਹੀਂ ਹੁੰਦਾ। ਕਈਆਂ ਨੂੰ ਤਾਂ 2-2 ਸਾਲ ਲੱਗ ਜਾਂਦੇ ਰਿਵਿਊ ਕਰਦੇ, ਹਲੇ ਪਰਮਿਟ ਨਹੀਂ, ਰਿਵਿਊ ਕਰਦੇ ਸਾਲ ਲੱਗਦਾ ਵੀ ਹਾਂ ਜੀ ਆ ਤੁਹਾਡੇ ਪੇਪਰ ਵਰਕ ਠੀਕ ਆ ਜਾਂ ਨਹੀਂ ਠੀਕ ਆ। ਸੋ ਦੂਜੀ ਗੱਲ, ਲੇਕਿਨ ਜਿਹੜੇ ਬੰਦੇ ਸਿਟੀ ਹਾਲ ਵਿੱਚ ਜਿਨ੍ਹਾਂ ਦਾ ਹੱਥ ਹੈਗਾ ਆ, ਚੰਦ ਲੋਕ, ਉਹਨਾਂ ਦੇ ਪ੍ਰੋਜੈਕਟ ਬਹੁਤ ਛੇਤੀ ਪਾਸ ਹੁੰਦੇ ਆ। ਲੇਕਿਨ ਜੇ ਤੁਸੀਂ ਨਹੀਂ ਸਿਟੀ ਹਾਲ 'ਚ ਤੁਹਾਡਾ ਹੱਥ ਤੇ ਤੁਹਾਡਾ ਪ੍ਰੋਜੈਕਟ ਕੋਈ ਦੇਖਣ ਨੂੰ ਤਿਆਰ ਨਹੀਂ। ਸੋ ਅਸੀਂ ਚਾਹੁੰਦੇ ਹਾਂ ਵੀ ਜਿਹੜੇ, ਕਿਉਂਕਿ ਜਿੰਨਾ ਚਿਰ ਸਪਲਾਈ ਨਹੀਂ ਆਉਂਦੀ, ਜੇ ਹੁਣ ਸਾਨੂੰ ਪਰਮਿਟ ਲੈਣ ਨੂੰ ਲੱਗਦਾ ਤੇ ਕੋਈ ਰੈਨੋਵੇਸ਼ਨ ਕਰਨੀ ਆ ਜਾਂ ਕੋਈ ਯੂਨਿਟ ਬਣਾਉਣਾ 2-2 ਸਾਲ ਲੱਗ ਜਾਂਦੇ ਅਪਰੂਵਲ ਲੈਣ ਨੂੰ, ਤੇ ਉਹ ਜਿਹੜੀ ਵੇਕੈਂਟ ਲਾਟਾਂ ਪਈਆਂ ਉਹਨਾਂ ਤੇ ਇੰਟਰਸਟ ਰੇਟ ਤਾਂ ਲੈਣੇ ਹੀ ਆ ਬੈਂਕ ਨੇ ਤੇ ਇਹ ਕਰਨਾ ਨਹੀਂ ਹੈ। ਨਹੀਂ ਸੋ ਜਿਹੜਾ ਅਪਰੂਵਲ ਪ੍ਰੋਸੈਸ ਹੋਵੇ ਉਹ ਫਾਸਟ ਹੋਵੇ। ਸੋ ਅਸੀਂ ਕਿਹਾ ਆ ਵੀ 3 ਦਿਨਾਂ ਵਿੱਚ ਰੈਨੋਵੇਸ਼ਨ ਪਰਮਿਟ ਰਿਵਿਊ ਹੋਊਗਾ। 3 ਵੀਕਾਂ 'ਚ ਅਸੀਂ ਜਿਹੜੇ ਕਿ ਸਿੰਗਲ ਫੈਮਿਲੀ ਹੋਮ ਹੋਊਗਾ ਉਹਦਾ ਰਿਵਿਊ ਹੋ ਜਾਊਗਾ। 3 ਮਹੀਨਿਆਂ ਵਿੱਚ ਅਸੀਂ ਕਹਿੰਦੇ ਆ ਵੀ ਮਲਟੀ ਫੈਮਿਲੀ ਜਿਹੜਾ ਆ ਯੂਨਿਟ ਉਹ ਰਿਵਿਊ ਹੋਊਗਾ। ਸੋ ਤਾਂ ਕਿ ਇਹ ਪ੍ਰੋਸੈਸ ਜਿਹੜਾ ਇੱਦਾਂ ਵੀ ਹੋਣਾ ਚਾਹੀਦਾ, ਸਿਟੀ ਹਾਲ ਦੀ ਵੈਬਸਾਈਟ ਤੇ ਹੋਊਗਾ ਭਾਈ ਪਹਿਲਾ ਪ੍ਰੋਜੈਕਟ ਕਿਹੜਾ ਆਇਆ ਆ, ਦੂਜਾ ਪ੍ਰੋਜੈਕਟ ਕਿਹੜਾ ਆ। ਇਹ ਤਾਂ ਨਹੀਂ ਬਈ ਕੋਈ ਮੇਅਰ ਦਾ ਜਾਂ ਕੋਈ ਭਾਈ ਬੰਦਾ ਤੇ ਉਹ ਟੇਬਲ ਦੇ ਥੱਲੇ ਦੀ ਉਹ ਕੰਮ ਕਰੀ ਜਾਂਦਾ। ਸੋ ਕੰਮ ਜਿਹੜਾ ਹੋਊਗਾ ਟਰਾਂਸਪੇਰੈਂਟ ਹੋਊਗਾ। ਜਿਹੜਾ ਸਾਡਾ ਪਲਾਨ ਲੈ ਕੇ ਅਸੀਂ ਆਏ ਹਾਂ, ਇਹ ਡਗ ਮੈਕੈਲਮ ਸਾਹਿਬ ਦੀ ਕਾਉਂਸਲ ਪਰਸਨ ਪਹਿਲਾਂ ਇੱਕ ਤਾਂ ਕਹਿੰਦੇ ਜੀ ਇਹ ਹੋ ਨਹੀਂ ਸਕਦਾ, ਫਿਰ ਦੂਏ ਦਿਨ ਪ੍ਰੈਸ ਰਿਲੀਜ਼ ਕੀਤੀ ਜੀ ਅਸੀਂ 2 ਵੀਕਾਂ 'ਚ ਕਰ ਦਿੰਦੇ ਆ। ਇਹ 4 ਸਾਲ ਕਿੱਥੇ ਬੈਠੇ ਰਹੇ ਆ ਗਿੱਲ ਸਾਹਿਬ, 4 ਸਾਲ ਕਿੱਥੇ ਇਹ ਕਾਉਂਸਲ ਬੈਠੀ ਸੀ। ਅਜੇ ਹੁਣ ਇਹ ਕਹਿੰਦੇ ਆ ਜੀ ਅੱਜ ਇਹ 2 ਵੀਕਾਂ 'ਚ ਕਰ ਸਕਦੇ ਆ, ਤੇ 4 ਸਾਲ ਇਹ ਕਰਨ ਦਾ ਇਹਨਾਂ ਕੋਲ ਟਾਈਮ ਸੀਗਾ, ਇਹਨਾਂ ਨੇ ਕੀਤਾ ਨਹੀਂ। ਜਿਹੜਾ ਸਾਡਾ ਪਲਾਨ ਲੈ ਕੇ ਵੀ ਆਂਦਾ ਉਹ ਵਨ ਆਫ ਦ ਕੈਂਡੀਡੇਟਸ ਜਿਹੜੇ ਵੈਨਕੂਵਰ ਵਾਲਾ ਆ, ਉਹਨਾਂ ਨੇ, ਕਿਉਂਕਿ ਅਸੀਂ ਐਕਸਪਰਟ ਨਾਲ ਗੱਲ ਕੀਤੀ, ਅਸੀਂ ਐਵੇਂ ਨਹੀਂ ਗੱਲਾਂ ਕੀਤੀਆਂ, ਅਸੀਂ ਇੰਜੀਨੀਅਰਾਂ ਨਾਲ ਗੱਲ ਕੀਤੀ ਆ, ਪਲਾਨ ਚੈਕਰਸ ਨਾਲ ਗੱਲ ਕੀਤੀ ਆ, ਬਾਕੀ ਜਿਹੜੇ CP ਆ ਉਹਨਾਂ ਨਾਲ ਗੱਲ ਕੀਤੀ ਆ। ਇਹ ਬੰਦਿਆਂ ਨਾਲ ਗੱਲ ਕਰਕੇ ਅਸੀਂ ਪਲਾਨ ਲੈ ਕੇ ਆਏ ਆ। ਸਾਡਾ ਪਲਾਨ ਜਿਹੜਾ ਲੈ ਕੇ ਆਏ ਆ ਉਹ ਅਡਾਪਟ ਕੀਤਾ। ਸੋ ਜਿਹੜੀ ਯੂਨਾਈਟਿਡ ਸਰੀ ਦੀ ਟੀਮ ਨੇ ਪਲਾਨ ਇਹ ਤਿਆਰ ਕੀਤਾ, ਉਹ ਦੂਜੀਆਂ ਪਾਰਟੀਆਂ ਸ਼ਹਿਰਾਂ ਦੇ ਅਡਾਪਟ ਕਰਦੇ ਹਾਂ ਵੀ ਆਹ ਮਾਡਲ ਵਧੀਆ। ਸੋ ਮੈਂ ਸਮਝਦਾ ਵੀ ਜੇ ਮਹਿੰਗਾਈ ਨੂੰ ਨੱਥ ਪਾਉਣੀ ਆ ਤੇ ਤੁਹਾਨੂੰ ਸਪਲਾਈ ਵਧਾਉਣੀ ਪਊਗੀ। ਬਾਕੀ ਜਿਹੜਾ ਅਸੀਂ ਆਪਣੇ ਟੈਕਸ ਦੀ ਫਰੀਜ਼ ਕਰ ਰਹੇ ਆ ਪਹਿਲਾ ਸਾਲ, ਅਸੀਂ ਪਹਿਲਾ ਸਾਲ ਜਿਹੜਾ ਤੁਹਾਡਾ ਟੈਕਸ ਵਧੂਗਾ ਨਹੀਂ, ਜੋ ਹੈ ਤੁਸੀਂ ਟੈਕਸ ਦਿੱਤਾ ਪਿਛਲੇ ਸਾਲ ਉਹੋ ਹੀ ਹੋਊਗਾ, ਤਾਂ ਕਿ ਲੋਕਾਂ ਨੂੰ ਥੋੜ੍ਹੀ ਵਾਰੀ ਆ ਮਹਿੰਗਾਈ ਵਿੱਚ ਰਾਹਤ ਹੋਵੇ। ਦੂਜੀ ਗੱਲ, ਇਹਨਾਂ ਨੇ ਡਗ ਮੈਕੈਲਮ ਸਾਹਿਬ ਤੇ ਕਾਉਂਸਲ ਨੇ ਸਾਰਿਆਂ ਨੇ ਇਹ ਪਹਿਲਾਂ ਹੁੰਦਾ ਸੀ ਪਾਰਸਲ ਟੈਕਸ 2018 ਵਿੱਚ, ਉਹ ਅੱਗੇ $100 ਸੀਗਾ ਇੱਕ, ਤੇ ਉਹ 100 ਤੋਂ ਚੱਕ ਕੇ 300 ਕੀਤਾ ਆ। ਉਹ ਆਪਾਂ ਦੇਖਦੇ ਨਹੀਂ ਉਹ ਲਾਈਨ ਵੀ ਹਾਂ ਜੀ ਇਹ 200% ਵੱਧ ਗਿਆ। ਮੈਨੂੰ ਵੀ ਕਿਸੇ ਨੇ ਦੇਖਿਆ ਆਇਆ ਵੀ ਆ ਜੀ ਤੁਹਾਡਾ 2000 ਮੈਂ 2018 ਦਾ ਦੇਖਿਆ ਤੇ 2000 ਹੁਣ ਆਪਣੇ 2022 ਦਾ ਦੇਖਿਆ, ਉਹ $100 ਤੋਂ 300 ਹੋਇਆ ਆ। ਸੋ ਹਿਡਨ ਟੈਕਸ ਵੀ ਹੈਗੇ ਆ, ਉਹ ਵੀ 200 ਤੇ 200 ਜਿਹੜਾ ਉਹ ਘਟਾ ਕੇ 100 ਤੇ ਲਾਵਾਂਗੇ ਦੂਜੇ ਸਾਲ ਵਿੱਚ। ਜੀ ਅਖੀਰ ਤੇ ਸੁਣਨ ਵਾਲਿਆਂ ਨੂੰ ਆਪਣੀ ਸਲੇਟ ਵੱਲੋਂ ਕੀ ਮੈਸੇਜ ਦੇਣਾ ਚਾਹੁੰਦੇ ਹੋ? ਮੈਸੇਜ ਤਾਂ ਆਪਣੇ ਭਾਈਚਾਰੇ ਨੂੰ, ਸਾਰੇ ਨੂੰ, ਸਰੀ ਵਾਲਿਆਂ ਨੂੰ ਪਤਾ ਆ ਵੀ ਸਿਟੀ ਹਾਲ 'ਚ ਕੀ ਹੋ ਰਿਹਾ, ਤੇ ਮੈਂ ਸਮਝਦਾ ਵੀ ਆਪਾਂ ਨੂੰ ਟਾਈਮ ਆ ਇਸ ਵੇਲੇ। ਪਹਿਲੀ ਗੱਲ ਤਾਂ ਜੋ ਕਰਪਸ਼ਨ, ਜੋ ਉੱਥੇ ਲੈਂਡ ਮਾਫੀਆ ਬੈਠਾ ਆ, ਆਪਾਂ ਉਹਨੂੰ ਨੱਥ ਪਾਉਣੀ ਆ। ਤੇ ਕਿਉਂਕਿ ਆਪਾਂ ਬੜੇ ਦੂਰੋਂ ਚੱਲ ਕੇ ਇੱਥੇ ਆਏ ਆ, 12-13 ਹਜ਼ਾਰ ਕਿਲੋਮੀਟਰ ਚੱਲ ਕੇ ਆਏ ਆ, ਲੇਕਿਨ ਉਹੋ ਹੀ ਕੰਮ ਇੱਥੇ ਸਿਟੀ ਹਾਲ 'ਚ ਹੋਣ ਲੱਗਿਆ। ਮੈਂ ਸਮਝਦਾ ਬਈ ਸਾਡੀ ਟੀਮ ਜਿਹੜੀ ਆ, ਸੁਖ ਧਾਲੀਵਾਲ ਸਾਹਿਬ ਯੂਨਾਈਟਿਡ ਸਰੀ ਦੀ ਟੀਮ ਆ, ਅਸੀਂ ਬੜੇ ਡਾਇਵਰਸ ਗਰੁੱਪ ਆ, ਡਿਫਰੈਂਟ ਬੈਕਗਰਾਊਂਡ 'ਚੋਂ ਆਏ ਆ, ਡਿਫਰੈਂਟ ਪਾਰਟੀਜ਼ 'ਚੋਂ ਆਏ ਆ, ਲੇਕਿਨ ਅਸੀਂ ਇਹ ਚਾਹੁੰਦੇ ਆ ਵੀ ਜਿਹੜੇ ਸਾਡੇ ਬੱਚਿਆਂ ਦਾ ਭਵਿੱਖ ਵਾ ਉਹ ਵਧੀਆ ਹੋਵੇ, ਤਾਂ ਕਿ ਜਿਹੜੇ ਬੱਚਿਆਂ ਨੂੰ ਸਹੂਲਤਾਂ ਮਿਲਣੀਆਂ ਚਾਹੀਦੀਆਂ, ਪਾਰਕਸ ਐਂਡ ਰੈਕਰੀਏਸ਼ਨ ਫੈਸਿਲਿਟੀਜ਼ ਹੋਣੀਆਂ ਚਾਹੀਦੀਆਂ, ਇਹ ਇਸ ਵੇਲੇ ਜ਼ਰੂਰਤ ਵਾ। ਤੇ ਮੈਂ ਸਮਝਦਾ ਸੁਖ ਧਾਲੀਵਾਲ ਸਾਹਿਬ ਯੂਨਾਈਟਿਡ ਸਰੀ ਦੇ ਮੇਅਰਟੀ ਕੈਂਡੀਡੇਟ ਅਲੋਂਗ ਵਿਦ ਆਰ ਟੀਮ, ਆਪਾਂ ਇਹ ਮੁੜ ਕੇ ਸਰੀ ਨੂੰ ਆਪਾਂ ਸਿੱਧੇ ਰਾਸਤੇ ਕਰ ਸਕਦੇ ਹਾਂ। ਤੇ ਆਪਣੇ ਕੋਲ ਬੜੀ ਵੱਡੀ ਆਪਰਚੁਨਿਟੀ ਆਵੇ, ਆਪਣੀ ਕਮਿਊਨਿਟੀ ਵਿੱਚੋਂ ਇਹ ਇੱਕ ਪਹਿਲੀ ਵਾਰੀ ਸਰੀ ਵਿੱਚ ਮੇਅਰ ਵੀ ਚੁਣ ਹੋ ਸਕਦਾ।
ਕਰਦਾ ਤੇ ਮੈਂ ਸਮਝਦਾ ਵੀ ਤੁਸੀਂ ਸਾਰੇ ਬੇਨਤੀ ਆ ਤੁਹਾਨੂੰ ਸਾਰੇ ਜਾ ਕੇ ਅਕਤੂਬਰ 15 ਨੂੰ ਤੁਸੀਂ ਜਾ ਕੇ ਜ਼ਰੂਰ ਸਾਰੀ ਫੈਮਿਲੀ ਦੇ ਨਾਲ ਯੂਨਾਈਟਿਡ ਸਰੀ ਨੂੰ ਸਾਡੀ ਇੰਟਾਇਰ ਟੀਮ ਨੂੰ ਸੁਖ ਧਾਲੀਵਾਲ ਸਾਹਿਬ ਨੂੰ ਸਾਰਿਆਂ ਨੂੰ ਬੇਨਤੀ ਆ ਵੀ ਸਾਰਿਆਂ ਨੂੰ ਇਕੱਠੇ ਹੋ ਕੇ ਜਾ ਕੇ ਹੁਮਾ ਕੇ ਸਾਰਿਆਂ ਨੂੰ ਵੋਟਾਂ ਪਾ ਕੇ ਆਓ ਕਿਉਂਕਿ ਵੋਟਾਂ ਦਾ ਰਾਈਟ ਆਪਾਂ ਨੂੰ ਬਹੁਤ ਸਟਰਗਲ ਕਰਕੇ ਕੀਤਾ ਸੀ ਤੁਸੀਂ ਮੈਂ ਬੇਨਤੀ ਕਰੂੰਗਾ ਵੀ ਜੇ ਸਾਨੂੰ ਵੀ ਨਹੀਂ ਵੋਟ ਪਾਉਣੀ ਲੇਕਿਨ ਵੋਟ ਜ਼ਰੂਰ ਪਾ ਕੇ ਆਓ ਕਿਉਂਕਿ ਆਪਣੇ ਬਜ਼ੁਰਗਾਂ ਨੇ ਬਹੁਤ ਮਿਹਨਤ ਨਾਲ ਇਹ ਆਪਾਂ ਨੂੰ ਰਾਈਟ ਲੈ ਕੇ ਦਿੱਤਾ ਹੈ। ਦੋਸਤੋ ਇਹ ਸਨ ਜਸਵੀਰ ਸੰਧੂ ਹੋਣੀ, ਤੁਸੀਂ ਉਹਨਾਂ ਦੇ ਵਿਚਾਰ ਸੁਣੇ ਨੇ। ਅਖੀਰ ਤੇ ਉਹਨਾਂ ਨੇ ਵੀ ਕਿਹਾ ਕਿ ਜਿਹਨੂੰ ਮਰਜ਼ੀ ਕਰੋ ਵੋਟ ਦੇ ਅਧਿਕਾਰ ਦੀ ਵਰਤੋਂ ਪਰ ਕਰਕੇ ਜ਼ਰੂਰ ਆਇਓ। ਸਾਡੇ ਵੱਲੋਂ ਵੀ ਇਹੀ ਤੁਹਾਨੂੰ ਅਪੀਲ ਹੈ ਤੇ ਇਸੇ ਦੇ ਨਾਲ ਦਿਓ ਇਜਾਜ਼ਤ। ਧੰਨਵਾਦ।